ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਪਰਨ ਕੌਰ ਮਾਨ। ਖਬਰਾਂ ਦੀ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੀ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਸੰਬੰਧਾਂ 'ਚ ਕੜਵਾਹਟ ਵਿਚਾਲੇ ਬੀਜਿੰਗ ਨੇ ਭਾਰਤੀ ਪੱਤਰਕਾਰਾਂ ਦੇ ਵੀਜ਼ਾ ਕੀਤੇ ਫ੍ਰੀਜ਼। ਮੈਨਹਟਨ ਕੋਰਟ ਵਿੱਚ ਪੇਸ਼ੀ ਤੋਂ ਬਾਅਦ ਰਵਾਨਾ ਹੋਏ ਟਰੰਪ ਸੁਣਵਾਈ ਦੌਰਾਨ ਖੁਦ ਨੂੰ ਦੱਸਿਆ ਬੇਕਸੂਰ। ਅਮਰੀਕਾ ਨਰਕ ਵਿੱਚ ਜਾ ਰਿਹਾ ਹੈ, ਟਰੰਪ ਨੇ ਬਾਈਡਨ ਪ੍ਰਸ਼ਾਸਨ ਤੇ ਵਿੰਨਿਆ ਨਿਸ਼ਾਨਾ। ਕਰਤਾਰਪੁਰ ਵਰਗਾ ਲਾਂਘਾ ਖੋਲ੍ਹਣ ਨਾਲ ਜੁੜੇ ਪ੍ਰਸਤਾਵ ਨੂੰ ਸਵੀਕਾਰ ਕਰਨ ਸੰਬੰਧੀ ਪੀਓਕੇ ਕਰ ਰਿਹਾ ਪੜਤਾਲ। ਅਮਰੀਕਾ 'ਚ ਅਧਿਆਪਕ ਵੱਲੋਂ ਸਕੂਲ ਪ੍ਰਸ਼ਾਸਕਾਂ ਤੇ ਸਕੂਲ ਬੋਰਡ ਵਿਰੁੱਧ $4 ਕਰੋੜ ਦੇ ਮੁਆਵਜ਼ੇ ਦਾ ਦਾਅਵਾ। ਅਮਰੀਕਾ 'ਚ ਜਾਰਜੀਆ ਦੀ ਵਿਧਾਨ ਸਭਾ ਵੱਲੋਂ ਹਿੰਦੂਤਵ ਵਿਰੁੱਧ ਹਮਲਿਆਂ ਬਾਰੇ ਨਿੰਦਾ ਪ੍ਰਸਤਾਵ ਪਾਸ। $1 ਅਮਰੀਕੀ ਦੇ ਪਾਕਿਸਤਾਨ ਵਿੱਚ ਬਣਦੇ ਨੇ ₹287। ਖਾਸ ਖਬਰ। ਅਮਰੀਕੀ ਸੰਸਦ ਦੇ ਵਿੱਚ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਨਾਉਣ ਦਾ ਪ੍ਰਸਤਾਵ ਪੇਸ਼। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਚਾਈਨਾ ਦੇ ਵਿਦੇਸ਼ ਮੰਤਰਾਲਾ ਨੇ ਬੀਜਿੰਗ ਸਥਿਤ 2 ਭਾਰਤੀ ਪੱਤਰਕਾਰਾਂ ਦਾ ਵੀਜ਼ਾ ਫ੍ਰੀਜ਼ ਕਰਨ ਦਾ ਹੈਰਾਨੀਜਨਕ ਫੈਸਲਾ ਲਿਆ ਹੈ। ਇਹ ਸੰਕੇਤ ਦੇ ਸਕਦਾ ਹੈ ਕਿ ਜੇ ਨਵੀਂ ਦਿੱਲੀ ਵਿੱਚ ਭਾਰਤ ਵਿੱਚ ਚੀਨੀ ਪੱਤਰਕਾਰਾਂ ਨੂੰ ਪਰਸਪਰ ਵੀਜ਼ਾ ਅਤੇ ਕਾਰਜਕਾਲ ਦੀਆਂ ਸ਼ਰਤਾਂ ਦੀ ਪੇਸ਼ਕਸ਼ ਨਹੀਂ ਕਰਦੀ ਹੈ ਤਾਂ ਹੋਰ ਭਾਰਤੀ ਪੱਤਰਕਾਰਾਂ ਵਿਰੁੱਧ ਹੋਰ ਜਵਾਬੀ ਉਪਾਅ ਹੋ ਸਕਦੇ ਨੇ। ਮੰਗਲਵਾਰ ਨੂੰ ਇੱਕ ਚੀਨੀ MFA ਅਧਿਕਾਰੀ ਦੀ ਦਾ ਹਿੰਦੂ ਦੇ ਬੀਜਿੰਗ ਪੱਤਰਕਾਰ ਨਾਲ ਅੰਤ ਕ੍ਰਿਸ਼ਨਨ ਅਤੇ ਪ੍ਰਸਾਰ ਭਾਰਤੀ ਦੇ ਪੱਤਰਕਾਰ ਅੰਸ਼ੁਮਨ ਮਿਸ਼ਰਾ ਨੂੰ ਸੂਚਿਤ ਕੀਤਾ ਕਿ ਉਹਨਾਂ ਨੂੰ ਚੀਨ ਵਾਪਸ ਨਹੀਂ ਜਾਣਾ ਚਾਹੀਦਾ ਕਿਉਂਕਿ ਉਹਨਾਂ ਦੇ ਪੱਤਰਕਾਰ ਵੀਜ਼ਾ ਫ੍ਰੀਜ਼ ਕਰ ਦਿੱਤੇ ਗਏ ਨੇ। ਨਿਊਜ਼ ਏਜੰਸੀ PTI ਅਤੇ ਹਿੰਦੁਸਤਾਨ ਟਾਈਮਜ਼ ਦੇ ਨਾਲ ਸੰਬੰਧਿਤ ਚੀਨ ਵਿੱਚ ਮੌਜੂਦਾ 2 ਹੋਰ ਪੱਤਰਕਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ MFA ਆਪਣੇ ਵਿਕਲਪਾਂ ਤੇ ਵਿਚਾਰ ਕਰ ਰਿਹਾ ਹੈ ਅਤੇ ਵਿਰੋਧੀ ਉਪਾਅ ਦਾ ਦਾਅਵਾ ਕਰ ਰਿਹਾ। ਇਹ ਭਾਰਤ ਵੱਲੋਂ ਚੀਨੀ ਪੱਤਰਕਾਰਾਂ ਦੇ ਨਾਲ ਬੇਇਨਸਾਫੀ ਹੈ। ਚੀਨ ਕਥਿਤ ਤੌਰ ਤੇ ਭਾਰਤ ਨੂੰ ਕਵਰ ਕਰਨ ਦੇ ਲਈ ਆਪਣੇ ਪੱਤਰਕਾਰਾਂ ਲਈ ਹੋਰ ਵੀਜ਼ਾਸ ਦੀ ਮੰਗ ਕਰ ਰਿਹਾ ਹੈ। ਇਹ ਮੌਜੂਦਾ ਵੀਜ਼ਾ ਵੈਧਤਾ ਜਿਸ ਨੂੰ ਹਰ 3 ਮਹੀਨਿਆਂ ਬਾਅਦ ਨਵਿਆਉਣ ਦੀ ਲੋੜ ਹੈ ਨੂੰ 12 ਮਹੀਨਿਆਂ ਦੇ ਵੀਜ਼ਾ ਤੱਕ ਵਧਾਉਣ ਦੇ ਲਈ ਵੀ ਕਿਹਾ ਜਾ ਰਿਹਾ ਕਿਉਂਕਿ ਚੀਨੀ ਵਿਦੇਸ਼ ਮੰਤਰਾਲਾ ਭਾਰਤੀ ਪੱਤਰਕਾਰਾਂ ਨੂੰ ਸਾਲ ਭਰ ਦਾ ਵੀਜ਼ਾ ਪ੍ਰਦਾਨ ਕਰਦਾ ਹੈ। ਭਾਰਤੀ ਵਿਦੇਸ਼ ਮੰਤਰਾਲਾ ਨੇ ਇਸ ਕਦਮ ਤੇ ਅਧਿਕਾਰਤ ਤੌਰ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕੀਤਾ ਕਿ ਭਾਰਤ ਨੇ ਹਾਲ ਹੀ 'ਚ ਚੀਨੀ ਪੱਤਰਕਾਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਅਜੇ ਵੀ ਕੁਝ ਚੀਨੀ ਪੱਤਰਕਾਰ ਗੈਰ ਭਾਰਤੀ ਵੀਜ਼ਾ ਵਾਲੇ ਨੇ ਜੋ ਚਾਹੁਣ ਤਾਂ ਭਾਰਤ ਤੋਂ ਰਿਪੋਰਟ ਕਰ ਸਕਦੇ ਨੇ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਚੀਨੀ ਪੱਤਰਕਾਰਾਂ ਨੂੰ ਦਿੱਲੀ ਦੇ ਵਿੱਚ G20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਅਤੇ ਵਾਰਾਣਸੀ ਦੇ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੀ ਮੀਟਿੰਗ ਨੂੰ ਕਵਰ ਕਰਨ ਦੇ ਲਈ ਪਹੁੰਚ ਦਿੱਤੀ ਗਈ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪੌਰਨ ਸਟਾਰ ਨੂੰ ਗੁਪਤ ਭੁਗਤਾਨ ਦੇ ਮਾਮਲੇ 'ਚ ਮੈਨਹਟਨ ਦੀ ਅਦਾਲਤ ਵਿੱਚ ਪੇਸ਼ ਹੋਏ। ਇਸ ਦੌਰਾਨ ਅਦਾਲਤ ਦੀ 4 ਦੀਵਾਰੀ 'ਚ ਪਹੁੰਚਦਿਆਂ ਹੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਜਿਸ ਤੋਂ ਬਾਅਦ ਉਹ ਅਦਾਲਤ ਵਿੱਚ ਸੁਣਵਾਈ ਲਈ ਪੇਸ਼ ਹੋਏ। ਉਹਨਾਂ ਨੇ ਅਦਾਲਤ ਵਿੱਚ ਕਿਹਾ, ਮੈਂ ਵਿਸ਼ਵਾਸ ਨਹੀਂ ਕਰ ਸਕਦਾ ਇਹ ਸਭ ਕੁਝ ਅਮਰੀਕਾ ਵਿੱਚ ਹੋ ਰਿਹਾ ਹੈ। ਜੱਜ ਸਾਹਮਣੇ ਪੇਸ਼ ਹੋਣ ਤੋਂ ਬਾਅਦ ਟਰੰਪ ਅਦਾਲਤ 'ਚੋਂ ਬਾਹਰ ਚਲੇ ਗਏ। ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਅਜਿਹੀਆਂ ਗੱਲਾਂ ਬੋਲਣ ਤੋਂ ਗੁਰੇਜ਼ ਕਰੋ ਜਿਸ ਨਾਲ ਮਾਹੌਲ ਖਰਾਬ ਹੋਏ। ਕੋਰਟ ਰੂਮ ਵਿੱਚ ਸੁਣਵਾਈ ਦੇ ਦੌਰਾਨ ਟਰੰਪ ਨੇ ਖੁਦ ਨੂੰ ਬੇਕਸੂਰ ਦੱਸਿਆ ਤੇ ਕਿਹਾ ਕਿ ਉਹਨਾਂ ਦੇ ਖਿਲਾਫ ਧੋਖਾਧੜੀ ਦੇ 34 ਮਾਮਲੇ ਗਲਤ ਨੇ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਟਰੰਪ ਨੂੰ ਕਰੀਬ $1,22,000 ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਸਟੋਰਮੀ ਨੂੰ ਇਹ ਜੁਰਮਾਨਾ ਭਰਨਾ ਹੋਏਗਾ। ਸੁਣਵਾਈ ਤੋਂ ਬਾਅਦ ਟਰੰਪ ਅਦਾਲਤ ਤੋਂ ਚਲੇ ਗਏ। ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਮੈਨਹਟਨ ਦੀ ਅਪਰਾਧਕ ਅਦਾਲਤ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਪਰਾਧਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਹੋਣ ਤੋਂ ਕੁਝ ਘੰਟੇ ਪਹਿਲਾਂ ਟਰੰਪ ਨੇ ਆਪਣੇ ਸਮਰਥਕਾਂ ਨੂੰ ਇੱਕ ਈਮੇਲ ਵੀ ਭੇਜੀ ਸੀ। ਉਹਨਾਂ ਨੇ ਇਸ ਈਮੇਲ ਦੇ ਵਿਸ਼ੇ ਦੇ ਵਿੱਚ ਲਿਖਿਆ ਕਿ ਮੇਰੀ ਗ੍ਰਿਫਤਾਰੀ ਤੋਂ ਪਹਿਲਾਂ ਮੇਰੀ ਆਖਰੀ ਈਮੇਲ। ਡੋਨਾਲਡ ਟਰੰਪ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਨੇ ਜਿਨ੍ਹਾਂ ਤੇ ਅਪਰਾਧਕ ਮਾਮਲੇ ਦਾ ਦੋਸ਼ ਲਗਾਇਆ ਗਿਆ ਹੈ। ਟਰੰਪ ਦੇ
ਆਉਣ ਤੋਂ ਪਹਿਲਾਂ ਅਦਾਲਤ ਦੇ ਬਾਹਰ ਅਤੇ ਅੰਦਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸੀ। ਟਰੰਪ 8 ਕਾਰਾਂ ਦੇ ਕਾਫਲੇ ਦੇ ਨਾਲ ਕੋਰਟ ਕੰਪਲੈਕਸ ਪਹੁੰਚੇ। ਖਬਰਾਂ ਦੇ ਮੁਤਾਬਕ ਟਰੰਪ ਜਿਹੜੇ ਨੇ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਟਰੰਪ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਪੁੱਜੇ, ਜਿੱਥੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਰਾਤ ਨੂੰ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਜੋ ਬਾਈਡਨ ਪ੍ਰਸ਼ਾਸਨ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸੰਯੁਕਤ ਰਾਜ ਨਰਕ ਵਿੱਚ ਜਾ ਰਿਹਾ। ਇੱਥੇ ਦੱਸ ਦਈਏ ਕਿ ਟਰੰਪ ਪੌਰਨ ਸਟਾਰ ਡੈਨੀਅਲਸ ਨੂੰ ਚੁੱਪ ਰਹਿਣ ਦੇ ਲਈ ਗੁਪਤ ਤੌਰ ਤੇ ਪੈਸੇ ਦਿੱਤੇ ਜਾਣ ਦੇ ਦੋਸ਼ਾਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਦੇ ਲਈ ਅਦਾਲਤ 'ਚ ਪਹੁੰਚੇ। ਉਸ ਨੂੰ ਪੇਸ਼ੀ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ। ਦੱਸ ਦਈਏ ਕਿ ਟਰੰਪ ਤੇ ਕਰੀਬ 34 ਦੋਸ਼ ਨੇ। ਇਸ ਦੇ ਨਾਲ ਹੀ ਉਹਨਾਂ ਤੇ $1,22,000 ਦਾ ਜੁਰਮਾਨਾ ਵੀ ਲੱਗ ਗਿਆ। ਅਦਾਲਤ ਵੱਲੋਂ ਜੁਰਮਾਨਾ ਲੱਗਣ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਸਾਹਮਣੇ ਆਏ ਟਰੰਪ ਨੇ ਕਿਹਾ ਕਿ ਸਾਡਾ ਦੇਸ਼ ਨਰਕ ਵਿੱਚ ਜਾ ਰਿਹਾ ਹੈ। ਟਰੰਪ ਨੇ ਫਲੋਰੀਡਾ ਦੇ ਆਪਣੇ ਘਰ ਤੋਂ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਮੈਂ ਕਦੇ ਨਹੀਂ ਸੋਚਿਆ ਸੀਗਾ ਕਿ ਅਮਰੀਕਾ 'ਚ ਅਜਿਹਾ ਕੁਝ ਹੋ ਸਕਦਾ ਹੈ। ਮੈਂ ਸਿਰਫ ਇੱਕ ਹੀ ਗੁਨਾਹ ਕੀਤਾ ਹੈ ਕਿ ਮੈਂ ਆਪਣੀ ਕੌਮ ਨੂੰ ਨਿਡਰਤਾ ਦੇ ਨਾਲ ਉਹਨਾਂ ਲੋਕਾਂ ਤੋਂ ਬਚਾਇਆ ਜੋ ਇਸ ਨੂੰ ਤਬਾਹ ਕਰਨਾ ਚਾਹੁੰਦੇ ਨੇ। ਸ਼ੁਰੂ ਤੋਂ ਹੀ ਡੈਮੋਕ੍ਰੇਟਸ ਨੇ ਮੇਰੀ ਮੁਹਿੰਮ ਦੀ ਜਾਸੂਸੀ ਕੀਤੀ ਸੀ। ਡੋਨਾਲਡ ਟਰੰਪ ਤੇ ਨਿਊਯਾਰਕ ਦੇ ਸਰਕਾਰੀ ਵਕੀਲ ਐਲਵਿਨ ਬ੍ਰੈਗ ਤੇ ਵੀ ਆਪਣੇ ਖਿਲਾਫ ਅਪਰਾਧਕ ਦੋਸ਼ ਲਗਾਉਣ ਦੇ ਲਈ ਨਿਸ਼ਾਨਾ ਸਾਧਿਆ। ਟਰੰਪ ਨੇ ਕਿਹਾ ਕਿ ਇਹ ਫਰਜ਼ੀ ਕੇਸ ਸਿਰਫ ਆਉਣ ਵਾਲੀਆਂ 2024 ਦੀਆਂ ਚੋਣਾਂ 'ਚ ਦਖਲ ਦੇਣ ਦੇ ਲਈ ਲਿਆਂਦਾ ਗਿਆ ਸੀ ਅਤੇ ਇਸ ਨੂੰ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ। ਜੋ ਬਾਈਡਨ ਪ੍ਰਸ਼ਾਸਨ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੇ ਕਿਹਾ ਕਿ ਡੋਨਾਲਡ ਟਰੰਪ 2024 ਦੀ ਰਿਪਬਲਿਕਨ ਨਾਮਜ਼ਦਗੀ ਦੀ ਦੌੜ ਵਿੱਚ ਸਭ ਤੋਂ ਅੱਗੇ ਨੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 2016 ਦੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੇ 2 ਔਰਤਾਂ ਨੂੰ ਆਪਣੇ ਨਾਲ ਸਰੀਰਕ ਸੰਬੰਧਾਂ ਬਾਰੇ ਚੁੱਪ ਰਹਿਣ ਲਈ ਪੈਸੇ ਦਿੱਤੇ ਸਨ। ਇਸਤਗਾਸਾ ਪੱਖ ਨੇ ਉਹਨਾਂ ਨੂੰ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਹੈ। ਇਸ ਨਾਲ ਡੋਨਾਲਡ ਟਰੰਪ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਮੌਜੂਦਾ ਜਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਣ ਗਏ ਨੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਸਰਕਾਰ ਨੇ ਕਸ਼ਮੀਰ ਦੇ 2 ਹਿੱਸਿਆਂ ਨੂੰ ਜੋੜਨ ਦੇ ਲਈ ਕਰਤਾਰਪੁਰ ਵਰਗਾ ਲਾਂਘਾ ਖੋਲ੍ਹਣ ਦੀ ਮੰਗ ਕਰਨ ਵਾਲੇ ਇੱਕ ਪ੍ਰਸਤਾਵ ਨੂੰ ਖੇਤਰ ਦੀ ਵਿਧਾਨ ਸਭਾ ਦੇ ਵਿੱਚ ਸਵੀਕਾਰ ਕਰਨ ਦੇ ਸਿਲਸਿਲੇ 'ਚ ਤੱਥਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨੇ ਮੰਗਲਵਾਰ ਨੂੰ ਰਿਪੋਰਟ ਕੀਤੀ ਕਿ POK ਦੇ ਪ੍ਰਧਾਨ ਮੰਤਰੀ ਤਨਵੀਰ ਇਲਿਆਸ ਖਾਨ ਨੇ ਹੁਰੀਅਤ ਨੇਤਾਵਾਂ ਦੇ ਸਨਮਾਨ ਵਿੱਚ ਦਿੱਤੇ ਇੱਕ ਰਾਤ ਦੇ ਖਾਣੇ ਦੇ ਦੌਰਾਨ ਭਾਸ਼ਣ 'ਚ ਇਹ ਯੋਜਨਾ ਸਾਂਝੀ ਕੀਤੀ। ਖਾਨ ਨੇ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਮਤੇ ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਸੰਬੰਧੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਨੂੰ ਜਨਤਕ ਕੀਤਾ ਜਾਏਗਾ। ਵਰਣਨਯੋਗ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ 2019 ਵਿੱਚ ਸ਼ੁਰੂ ਹੋਇਆ, ਜੋ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਦੇ ਨਾਲ ਜੋੜਦਾ ਹੈ। ਇਹ 4 ਕਿਲੋਮੀਟਰ ਲੰਬਾ ਕੋਰੀਡੋਰ ਗੁਰਦੁਆਰਾ ਜਿਹੜਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਭਾਰਤੀ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਆਵਾਜਾਈ ਪ੍ਰਦਾਨ ਕਰਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਮਹੀਨੇ ਜੰਮੂ ਕਸ਼ਮੀਰ ਦੇ ਕਰਨਹਾਸ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਮਾਤਾ ਸ਼ਾਰਦਾ ਦੇਵੀ ਮੰਦਿਰ ਦਾ ਡਿਜੀਟਲ ਰੂਪ ਵਿੱਚ ਉਦਘਾਟਨ ਕੀਤਾ ਸੀ। ਇਸ ਮੌਕੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਮਾਤਾ ਸ਼ਾਰਦਾ ਦੇਵੀ ਦੇ ਆਸ਼ੀਰਵਾਦ ਅਤੇ ਕੰਟਰੋਲ ਰੇਖਾ ਦੇ ਦੋਵੇਂ ਪਾਸੇ ਦੇ ਲੋਕਾਂ ਨੇ ਸਾਂਝੇ ਯਤਨਾਂ ਸਦਕਾ ਮੰਦਿਰ ਦਾ ਉਦਘਾਟਨ ਸੰਭਵ ਹੋਇਆ ਹੈ। ਕਰਤਾਰਪੁਰ ਲਾਂਘੇ ਦੀ ਤਰਜ਼ ਤੇ ਕੰਟਰੋਲ ਰੇਖਾ ਦੇ ਦੋਵੇਂ ਪਾਸੇ ਸ਼ਾਰਦਾ ਪੀਠ ਨੂੰ ਖੋਲ੍ਹਣ ਦੀ ਮੰਗ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਸੀਗਾ ਕਿ ਕੇਂਦਰ ਇਸ ਤੇ ਯਕੀਨੀ ਤੌਰ ਤੇ ਯਤਨ ਕਰੇਗਾ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਨਿਊਪੋਰਟ ਨਿਊਜ਼ ਵਰਜੀਨੀਆ ਦੇ ਰਿਚਨੈਕ ਐਲੀਮੈਂਟਰੀ ਸਕੂਲ ਦੀ ਫਰਸਟ ਗ੍ਰੇਡ ਅਧਿਆਪਿਕਾ ਜਿਸ ਉੱਪਰ ਇਸ ਸਾਲ ਦੇ ਸ਼ੁਰੂ ਦੇ ਵਿੱਚ ਇੱਕ 6 ਸਾਲ ਦੇ ਵਿਦਿਆਰਥੀ ਵੱਲੋਂ ਗੋਲੀ ਚਲਾਈ ਗਈ ਸੀ ਨੇ ਅਦਾਲਤ ਦੇ ਵਿੱਚ ਸਕੂਲ ਪ੍ਰਸ਼ਾਸਕਾਂ ਤੇ ਸਕੂਲ ਬੋਰਡ ਵਿਰੁੱਧ ਪਟੀਸ਼ਨ ਦਾਇਰ ਕਰਕੇ $4 ਕਰੋੜ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਐਬੀਗੇਲ ਵਰਨਰ ਵੱਲੋਂ ਦਾਇਰ ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਕੂਲ ਪ੍ਰਸ਼ਾਸਕ ਤੇ ਸਕੂਲ ਬੋਰਡ ਵਿਦਿਆਰਥੀ ਦੇ ਹਿੰਸਕ ਰਵੱਈਏ ਤੋਂ ਜਾਣੂ ਸਨ, ਪਰੰਤੂ ਉਹਨਾਂ ਨੇ ਲੋੜੀਂਦੇ ਕਦਮ ਨਹੀਂ ਚੁੱਕੇ, ਜਿਸ ਕਾਰਨ ਵਿਦਿਆਰਥੀ ਕਲਾਸ ਵਿੱਚ ਹਥਿਆਰ ਲਿਆਉਣ ਵਿੱਚ ਕਾਮਯਾਬ ਰਿਹਾ। ਅਧਿਆਪਕ ਨੇ ਕਿਹਾ ਕਿ ਸਕੂਲ ਦਾ ਸਟਾਫ ਤੇ ਪ੍ਰਸ਼ਾਸਕ ਜਾਣਦੇ ਸੀਗੇ ਕਿ ਬੱਚਾ ਆਪਣੇ ਘਰ ਵਿੱਚ ਹਿੰਸਕ ਹੋ ਸਕਦਾ ਹੈ ਅਤੇ ਬੱਚੇ ਦੇ ਮਾਪਿਆਂ ਨੇ ਉਸ ਨੂੰ ਵਿਸ਼ੇਸ਼ ਕਲਾਸਰੂਮ ਵਿੱਚ ਪੜ੍ਹਾਉਣ ਤੋਂ ਨਾ ਕਰ ਦਿੱਤੀ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਹਾਇਕ ਪ੍ਰਿੰਸੀਪਲ ਨੇ ਅਧਿਆਪਕਾਂ ਤੇ ਸਟਾਫ ਮੈਂਬਰਾਂ ਵੱਲੋਂ ਬੱਚੇ ਬਾਰੇ ਚਿੰਤਾ ਪ੍ਰਗਟਾਈ ਚਿੰਤਾ ਵੱਲ ਧਿਆਨ ਨਹੀਂ ਦਿੱਤਾ। ਇਸ ਕਾਰਨ 6 ਜਨਵਰੀ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ। ਜ਼ਿਕਰਯੋਗ ਹੈ ਕਿ ਬੱਚੇ ਵੱਲੋਂ ਚਲਾਈ ਗੋਲੀ ਅਧਿਆਪਕਾਂ ਦੇ ਹੱਥ ਉੱਪਰ ਲੱਗੀ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ।
ਜਾਰਜੀਆ ਦੀ ਵਿਧਾਨ ਸਭਾ ਨੇ ਹਿੰਦੂਤਵ ਉੱਪਰ ਹੋ ਰਹੇ ਹਮਲਿਆਂ ਬਾਰੇ ਨਿੰਦਾ ਪ੍ਰਸਤਾਵ ਪਾਸ ਕੀਤਾ। ਪ੍ਰਸਤਾਵ ਵਿੱਚ ਹਿੰਦੂਫੋਬੀਆ, ਹਿੰਦੂ ਧਰਮ ਵਿਰੁੱਧ ਕੱਟੜਤਾ ਤੇ ਅਸਹਿਣਸ਼ੀਲਤਾ ਦੀ ਨਿੰਦਾ ਕੀਤੀ ਗਈ। ਵਿਧਾਨ ਸਭਾ ਵਿੱਚ ਇਹ ਮਤਾ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਮਰੀਕਾ ਭਰ ਦੇ ਰਾਜਾਂ ਵੱਲੋਂ ਹੋਰ ਧਰਮਾਂ ਬਾਰੇ ਵਿਖਾਈ ਜਾਂਦੀ ਕੱਟੜਤਾ ਵਿਰੁੱਧ ਮਤੇ ਪਾਸ ਕੀਤੇ ਗਏ ਨੇ, ਪਰੰਤੂ ਹਿੰਦੂ ਧਰਮ ਬਾਰੇ ਕਿਸੇ ਵੀ ਰਾਜ ਵੱਲੋਂ ਅਜਿਹਾ ਮਤਾ ਪਾਸ ਨਹੀਂ ਕੀਤਾ ਗਿਆ। ਹਿੰਦੂ ਧਰਮ ਬਾਰੇ ਮਤਾ ਪਾਸ ਕਰਨ ਵਾਲਾ ਜਾਰਜੀਆ ਪਹਿਲਾ ਰਾਜ ਬਣ ਗਿਆ ਹੈ। ਇਹ ਮਤਾ 5 ਵਿਧਾਇਕਾਂ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਹਿੰਦੂਆਂ ਤੇ ਹਿੰਦੂ ਧਰਮ ਦੀ ਵਿਸ਼ਵ ਨੂੰ ਦੇਣ ਦਾ ਵਰਣਨ ਕੀਤਾ ਗਿਆ। ਪਾਕਿਸਤਾਨੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਮੰਗਲਵਾਰ ਨੂੰ ਰਿਕਾਰਡ ਹੇਠਲੇ ਪੱਧਰ 287.29 ਤੇ ਆ ਗਿਆ। ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਕਿ ਨਗਦੀ ਸੰਕਟ ਦੇ ਨਾਲ ਜੂਝ ਰਿਹਾ ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਵਿੱਤੀ ਸਹਾਇਤਾ ਹਾਸਲ ਕਰਨ ਦੇ ਲਈ ਸੰਘਰਸ਼ ਕਰ ਰਿਹਾ ਹੈ, ਜਦੋਂ ਕਿ ਘਟਦਾ ਵਿਦੇਸ਼ ਭੰਡਾਰ ਨਿਵੇਸ਼ਕਾਂ ਦੇ ਲਈ ਚਿੰਤਾ ਦਾ ਇੱਕ ਹੋਰ ਕਾਰਨ ਬਣ ਗਿਆ। ਜੀਓ ਨਿਊਜ਼ ਨੇ ਦੱਸਿਆ ਕਿ ਅੰਤਰ ਬੈਂਕ ਬਾਜ਼ਾਰ ਵਿੱਚ ਸਥਾਨਕ ਮੁਦਰਾ ਅਮਰੀਕੀ ਡਾਲਰ ਦੇ ਮੁਕਾਬਲੇ ਸੋਮਵਾਰ ਨੂੰ ਬੰਦ ਭਾਵ 285.4 ਤੋਂ 0.78% ਜਾਂ 2.25 ਰੁਪਏ ਘਟ ਕੇ 287.29 ਤੇ ਬੰਦ ਹੋ ਗਈ। ਸਟੇਟ ਬੈਂਕ ਆਫ ਪਾਕਿਸਤਾਨ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਮਹੀਨੇ ਰੁਪਈਆ ਰਿਕਾਰਡ ਹੇਠਲੇ ਪੱਧਰ ਤੇ ਪੁੱਜ ਗਿਆ ਸੀ ਤੇ 2 ਮਾਰਚ ਨੂੰ ਇਹ 285.9 ਰੁਪਏ ਪ੍ਰਤੀ ਡਾਲਰ ਤੇ ਬੰਦ ਹੋਇਆ ਸੀ। ਅਮਰੀਕਾ ਦੇ 2 ਸੰਸਦ ਮੈਂਬਰਾਂ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਦੇ ਰੂਪ ਚ ਮਨਾਉਣ ਦੇ ਲਈ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਪ੍ਰਸਤਾਵ ਪੇਸ਼ ਕੀਤਾ ਹੈ। ਅਮਰੀਕਾ 'ਚ ਲੋਕਾਂ ਨੂੰ ਮਜ਼ਬੂਤ ਅਤੇ ਪ੍ਰੇਰਿਤ ਕਰਨ ਦੇ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਦਾ ਸਨਮਾਨ ਕਰਦਿਆਂ ਹੋਇਆਂ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਪ੍ਰਸਤਾਵ ਦੇ ਵਿੱਚ ਲਿਖਿਆ ਗਿਆ ਹੈ ਕਿ 14 ਅਪ੍ਰੈਲ ਨੂੰ ਸਿੱਖ ਵਿਸਾਖੀ ਦੇ ਰੂਪ 'ਚ ਇਸ ਦਿਨ ਨੂੰ ਮਨਾਉਂਦੇ ਨੇ। ਉਹ ਇਸ ਦਿਨ ਨੂੰ ਖਾਲਸਾ ਸਾਜਨਾ ਦਿਵਸ ਦੇ ਰੂਪ 'ਚ ਮਨਾਉਂਦੇ ਨੇ। ਵਿਸਾਖੀ ਧਰਮ ਦੇ ਇਤਿਹਾਸ ਅਤੇ ਸਿੱਖਾਂ ਦੀ ਪਹਿਚਾਣ ਬਣਾਏ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਮਰੀਕੀ ਸੰਸਦ ਮੈਂਬਰ ਮੈਰੀ ਨੇ ਪ੍ਰਸਤਾਵ ਪੇਸ਼ ਕਰਦਿਆਂ ਹੋਇਆ ਕਿਹਾ ਕਿ ਅਮਰੀਕਾ ਦੇ ਸਿਧਾਂਤਾਂ ਦੀ ਤਰ੍ਹਾਂ ਹੀ ਸਿੱਖ ਭਾਈਚਾਰਾ ਧਾਰਮਿਕ ਪ੍ਰੋਗਰਾਮਸ ਦੇ ਨਾਲ ਜਨਤਕ ਸੇਵਾ ਕਰਦਾ ਹੈ। ਮੈਰੀ ਨੇ ਕਿਹਾ ਕਿ ਅਮਰੀਕਾ ਦੀ ਜਨਤਾ ਦੇਸ਼ ਨੂੰ ਖੁਸ਼ਹਾਲ ਬਣਾਉਣ ਦੇ ਲਈ ਸਿੱਖ ਭਾਈਚਾਰੇ ਦਾ ਸਨਮਾਨ ਕਰਦੀ ਹੈ। ਪ੍ਰਸਤਾਵ ਦੇ ਵਿੱਚ ਕਿਹਾ ਗਿਆ ਕਿ ਵਿਸਾਖੀ ਦੇ ਦਿਨ ਸਿੱਖ ਸਨ 1699 ਦੇ ਖਾਲਸਾ ਸਾਜਨਾ ਦਿਵਸ ਨੂੰ ਯਾਦ ਕਰਦੇ ਨੇ। ਇਸੇ ਦਿਨ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਤਿਆਚਾਰ ਖਿਲਾਫ ਲੜਨ ਦੇ ਲਈ ਖਾਲਸਾ ਸਾਜਿਆ ਸੀ। ਉਹਨਾਂ ਨੇ ਕਿਹਾ ਕਿ ਦੁਨੀਆ ਭਰ 'ਚ ਸਿੱਖਾਂ ਦੇ ਨਾਲ ਵਿਸਾਖੀ ਮਨਾਉਣਾ ਤੇ ਅਮਰੀਕਾ ਦੇ ਲਈ ਕੀਤੇ ਗਏ ਸਿੱਖਾਂ ਦੇ ਯੋਗਦਾਨ ਦਾ ਸਨਮਾਨ ਕਰਦਿਆਂ ਹੋਇਆਂ ਪ੍ਰਸਤਾਵ ਉਚਿਤ ਹੈ। ਪਿਛਲੇ ਮਹੀਨੇ ਮਿਸੀਸਾਗਾ ਵਿੱਚ ਕਈ ਗੱਡੀਆਂ ਵਿੱਚੋਂ ਕੈਟਾਲਿਟਿਕ ਕਨਵਰਟਰਸ ਚੋਰੀ ਹੋਣ ਦੇ ਮਾਮਲੇ ਦੇ ਸੰਬੰਧ ਵਿੱਚ ਪੀਲ ਰੀਜਨਲ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਤੀਜੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ 25 ਮਾਰਚ 2023 ਨੂੰ ਰਾਤੀ 2 ਵਜੇ ਦੇ ਨੇੜੇ-ਤੇੜੇ ਟੌਮਕਨਨ ਤੇ ਕਾਮਾਤੋ ਰੋਡਸ ਇਲਾਕੇ ਵਿੱਚ ਕਈ ਕੈਟਾਲਿਟਿਕ ਕਨਵਰਟਰਸ ਚੋਰੀ ਕਰ ਰਹੇ ਇਹਨਾਂ ਲੋਕਾਂ ਦੀਆਂ ਤਸਵੀਰਾਂ ਸਿਕਿਉਰਿਟੀ ਕੈਮਰੇਜ਼ ਦੇ ਵਿੱਚ ਆ ਗਈਆਂ। ਇੱਕ ਰਿਲੀਜ਼ ਵਿੱਚ ਪੁਲਿਸ ਨੇ ਕਿਹਾ ਕਿ ਵਰਦੀਧਾਰੀ ਪੁਲਿਸ ਅਧਿਕਾਰੀਆਂ ਤੇ 12ਵੀਂ ਡਿਵੀਜ਼ਨ ਦੇ ਜਾਂਚਕਾਰਾਂ ਨੇ ਮੌਕੇ ਤੇ ਆਪਣੀ ਗੱਡੀ ਵਿੱਚ ਫਰਾਰ ਹੁੰਦੇ ਇਹਨਾਂ ਲੋਕਾਂ ਨੂੰ ਵੇਖ ਲਿਆ ਤੇ ਕੁਝ ਦੇਰ ਬਾਅਦ ਹੀ ਕੁਝ ਦੂਰੀ ਤੋਂ ਸੂਈਆ ਕੁੱਤਿਆਂ ਦੀ ਮਦਦ ਦੇ ਨਾਲ ਇਹਨਾਂ ਨੂੰ ਲੋਕੇਟ ਕਰ ਲਿਆ ਗਿਆ। ਇਸ ਦੌਰਾਨ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਚੋਰੀ ਕੀਤੀ ਗਈ ਪ੍ਰਾਪਰਟੀ ਵੀ ਇਹਨਾਂ ਕੋਲੋਂ ਬਰਾਮਦ ਹੋ ਗਈ ਹੈ। ਇਨਸਵਿਲ ਦੇ 25 ਸਾਲਾ ਐਮੈਰਿਕ ਲੌਂਗ ਤੇ ਕਿਊਬੈਕ ਦੇ 24 ਸਾਲਾ ਸੈਮੂਅਲ ਨੂੰ ਚੋਰੀ ਦੇ ਕਈ ਮਾਮਲਿਆਂ ਤੇ ਸ਼ਰਾਰਤ ਦੇ ਮਾਮਲਿਆਂ ਦੇ ਵਿੱਚ ਚਾਰਜ ਕੀਤਾ ਗਿਆ ਹੈ। ਇਸ ਦੌਰਾਨ ਮਿਸੀਸਾਗਾ ਦੇ 25 ਸਾਲਾ ਚਾਰਲਸ ਜੋ ਕਿ ਤੀਜਾ ਮਸ਼ਕੂਕ ਹੈ ਤੇ ਫਰਾਰ ਹੈ ਦੀ ਗ੍ਰਿਫਤਾਰੀ ਲਈ ਵਾਰੰਟ ਵੀ ਜਾਰੀ ਕੀਤੇ ਗਏ ਨੇ। ਜ਼ਿਕਰਯੋਗ ਹੈ ਕਿ ਕੈਟਾਲਿਟਿਕ ਕਨਵਰਟਰਸ ਗੱਡੀਆਂ ਦੇ ਬਾਟਮ ਉੱਤੇ ਮੌਜੂਦ ਹੁੰਦੇ ਨੇ ਤੇ ਇਹ ਪੋਲਿਊਟੈਂਟਸ ਨੂੰ ਘੱਟ ਨੁਕਸਾਨ ਦੇ ਰਿਸਾਵ ਵਿੱਚ ਤਬਦੀਲ ਕਰ ਦਿੰਦੇ ਨੇ। ਪੁਲਿਸ ਨੇ ਦੱਸਿਆ ਕਿ ਚੋਰ ਇਹਨਾਂ ਨੂੰ ਇਸ ਲਈ ਨਿਸ਼ਾਨਾ ਬਣਾਉਂਦੇ ਨੇ ਕਿਉਂਕਿ ਇਹਨਾਂ ਵਿੱਚ ਕੀਮਤੀ ਸੋਨੇ ਤੋਂ ਵੀ ਮਹਿੰਗਾ ਮੈਟਲ ਹੁੰਦਾ ਹੈ ਜਿਸ ਨੂੰ ਮਹਿੰਗੇ ਮੁੱਲ ਵੇਚਿਆ ਜਾ ਸਕਦਾ ਹੈ। ਡਾਊਨਟਾਊਨ ਕੰਸਟਰਕਸ਼ਨ ਸਾਈਟ ਉੱਤੇ ਐਲੀਵੇਟਰ ਸ਼ਾਫਟ ਵਿੱਚ ਫਸ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਲਾਜ ਲਈ ਉਸ ਨੂੰ ਲੋਕਲ ਹਸਪਤਾਲ ਲਿਜਾਇਆ ਗਿਆ। ਟੋਰਾਂਟੋ ਪੁਲਿਸ ਤੇ ਟੋਰਾਂਟੋ ਫਾਇਰ ਦੇ ਅਧਿਕਾਰੀਆਂ ਨੂੰ ਸੋਮਵਾਰ ਦੁਪਹਿਰ 3 ਵਜੇ ਲੋਅਰ ਸ਼ੇਰਬਰਨ ਸਟਰੀਟ ਤੇ ਦਾ ਐਸਪਲਾਨ ਦੇ ਉੱਤੇ ਇੰਡਸਟਰੀਅਲ ਐਕਸੀਡੈਂਟ ਦੀਆਂ ਖਬਰਾਂ ਦੇ ਕੇ ਸੱਦਿਆ। ਦੱਸਿਆ ਗਿਆ ਹੈ ਕਿ ਇੱਕ ਵਰਕਰ ਟਨਲ ਦੇ ਅੰਦਰ ਫਸ ਗਿਆ। ਪੁਲਿਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਇਸ ਵਰਕਰ ਨੂੰ ਉੱਥੋਂ ਕੱਢ ਲਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਦੱਸਿਆ ਕਿ ਇੱਕ 36 ਸਾਲਾ ਵਿਅਕਤੀ ਗੰਭੀਰ
ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਟੋਰਾਂਟੋ ਫਾਇਰ ਸਰਵਿਸਿਜ਼ ਦਾ ਕਹਿਣਾ ਹੈ ਕਿ ਵਰਕਰ ਐਲੀਵੇਟਰ ਦੀ ਸ਼ਾਫਟ ਵਿੱਚ ਫਸ ਗਿਆ ਸੀਗਾ। ਲੇਬਰ ਮੰਤਰਾਲੇ ਵੱਲੋਂ ਵੀ ਮੌਕੇ ਦਾ ਮੁਆਇਨਾ ਕੀਤਾ ਗਿਆ। ਜਾਂਚ ਲਈ ਕੁਝ ਸਮੇਂ ਵਾਸਤੇ ਇੱਥੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸੀ, ਪਰ ਬਾਅਦ ਵਿੱਚ ਉਹਨਾਂ ਨੂੰ ਖੋਲ੍ਹ ਦਿੱਤਾ ਗਿਆ। ਮੌਲਖੰਬ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਉੱਤੇ ਮਹਿਲਾ ਡਰਾਈਵਰ ਨੂੰ ਚਾਰਜ ਕੀਤਾ ਗਿਆ ਹੈ। 14 ਜਨਵਰੀ ਨੂੰ ਦੁਪਹਿਰ 2:30 ਵਜੇ ਤੋਂ ਪਹਿਲਾਂ ਓਕ ਐਵਨਿਊ ਤੇ ਮੈਕੋਵਨ ਰੋਡ ਏਰੀਆ ਵਿੱਚ ਯਾਰਕ ਰੀਜਨਲ ਪੁਲਿਸ ਨੂੰ ਦੋ ਗੱਡੀਆਂ ਦਰਮਿਆਨ ਹੋਏ ਹਾਦਸੇ ਦੀ ਰਿਪੋਰਟ ਦੇ ਕੇ ਸੱਦਿਆ ਗਿਆ। ਹਾਦਸਾ SUV ਤੇ ਹਿਊਂਡਾਈ ਐਲਾਂਤਰਾ ਦਰਮਿਆਨ ਹੋਇਆ। ਹਾਦਸੇ ਵਿੱਚ ਗੰਭੀਰ ਤੌਰ ਉੱਤੇ ਜ਼ਖਮੀ ਹੋਏ ਹਿਊਂਡਾਈ ਵਿੱਚ ਸਵਾਰ 45 ਸਾਲਾਂ ਦੇ ਪੁਰਸ਼ ਡਰਾਈਵਰ ਤੇ 75 ਸਾਲ ਦੀ ਮਹਿਲਾ ਪੈਸੇਂਜਰ ਨੂੰ ਲੋਕਲ ਹਸਪਤਾਲ ਲਿਜਾਇਆ ਗਿਆ। ਜ਼ਖਮਾਂ ਦੀ ਤਾਬ ਨਾਲ ਸਹਾਰਦਿਆਂ ਹੋਇਆਂ ਮਹਿਲਾ ਦੀ ਮੌਤ ਹੋ ਗਈ। ਪੁਲਿਸ ਵੱਲੋਂ ਪੁਰਸ਼ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। SUV ਵਿੱਚ ਸਵਾਰ 59 ਸਾਲਾ ਮਹਿਲਾ ਡਰਾਈਵਰ ਨੂੰ ਮਾਮੂਲੀ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਿਸ ਵੱਲੋਂ ਮਹਿਲਾ ਦੀ ਪਛਾਣ ਮਾਰਖਮ ਦੀ ਜ਼ੋਇਨ ਚੇਨ ਵਜੋਂ ਕੀਤੀ ਗਈ ਹੈ। ਉਸ ਨੂੰ ਖਤਰਨਾਕ ਢੰਗ ਦੇ ਨਾਲ ਡਰਾਈਵਿੰਗ ਕਰਨ ਜਿਸ ਕਾਰਨ ਕਿਸੇ ਦੀ ਮੌਤ ਹੋਈ ਲਈ ਚਾਰਜ ਕੀਤਾ ਗਿਆ। ਉਸ ਨੂੰ 4 ਮਈ 2023 ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਏਗਾ। ਕੈਨੇਡਾ ਦੇ ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਮੰਤਰੀ ਸਟੀਵਨ ਨੇ ਇੱਕ ਸਵੀਕਾਰ ਕੀਤਾ ਹੈ ਗੱਲ ਨੂੰ ਕਿ ਔਸਤਨ ਕੈਨੇਡੀਅਨਸ ਨੂੰ ਜਿੰਨੀ ਛੋਟ ਮਿਲਦੀ ਹੈ ਉਸ ਨਾਲੋਂ ਕਿਤੇ ਜ਼ਿਆਦਾ ਕਾਰਬਨ ਪ੍ਰਾਈਸ ਉਹਨਾਂ ਨੂੰ ਦੇਣੀ ਪੈ ਸਕਦੀ ਹੈ। ਪਰ ਉਹਨਾਂ ਦਾ ਕਹਿਣਾ ਹੈ ਕਿ ਕੈਨੇਡੀਅਨਸ ਦੇ એનર્ਜੀ ਸੰਬੰਧੀ ਖਰਚਿਆਂ ਨੂੰ ਘਟਾਉਣ ਦੇ ਲਈ ਲਿਬਰਲ ਸਰਕਾਰ ਕੋਲ ਕਈ ਹੋਰ ਪ੍ਰੋਗਰਾਮਸ ਵੀ ਨੇ। ਇਸ ਵੀਕਐਂਡ ਕਾਰਬਨ ਪ੍ਰਾਈਸ ਵਿੱਚ ਪ੍ਰਤੀ ਟਨ 50 ਤੋਂ $65 ਦਾ ਇਜ਼ਾਫਾ ਹੋਇਆ ਹੈ। ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਅਨੁਸਾਰ ਇਸ ਦਾ ਸੇਕ ਖਪਤਕਾਰਾਂ ਨੂੰ ਗੈਸ ਪੰਪਸ ਉੱਤੇ ਭੁਗਤਣਾ ਪਏਗਾ ਤੇ ਪ੍ਰਤੀ ਲੀਟਰ ਪਿੱਛੇ ਜਿੱਥੇ ਕੈਨੇਡੀਅਨਸ ਹੁਣ $11.5 ਅਦਾ ਕਰਦੇ ਨੇ ਉੱਥੇ ਉਹਨਾਂ ਨੂੰ $14.31 ਦੇਣਾ ਪਿਆ ਕਰਨਗੇ। ਇਸ ਵਾਅਦੇ ਤੋਂ ਕੁਝ ਦਿਨ ਪਹਿਲਾਂ ਹੀ ਪਾਰਲੀਮੈਂਟਰੀ ਬਜਟ ਆਫਿਸਰ ਦੀ ਰਿਪੋਰਟ ਆਈ ਸੀ ਜਿਸ ਵਿੱਚ ਆਖਿਆ ਗਿਆ ਸੀਗਾ ਕਿ 2030 ਤੱਕ ਕਾਰਬਨ ਦੀ ਕੀਮਤ 170 ਪ੍ਰਤੀ ਟਨ ਤੱਕ ਪਹੁੰਚਣ ਦਾ ਖਦਸ਼ਾ ਹੈ। ਉਸ ਸਮੇਂ ਬਹੁਤੇ ਕੈਨੇਡੀਅਨਸ ਨੂੰ ਘਾਟਾ ਪਏਗਾ। ਇੱਕ ਇੰਟਰਵਿਊ ਦੇ ਵਿੱਚ এনवायरमेंट ਮੰਤਰੀ ਸਟੀਵਨ ਨੇ ਆਖਿਆ ਕਿ ਭਾਵੇਂ ਕਾਰਬਨ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ ਨਾਲ ਤੇ ਛੋਟ ਦੇ ਬਾਵਜੂਦ ਕੈਨੇਡੀਅਨਸ ਨੂੰ ਵਧੇਰੇ ਕਾਰਬਨ ਪ੍ਰਾਈਸ ਦੇਣੀ ਪੈ ਸਕਦੀ ਹੈ, ਪਰ ਸਿਸਟਮ ਨੂੰ ਬਰਾਬਰੀ ਦਾ ਰੱਖਣ ਦੇ ਲਈ ਇਸੇ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਅਮੀਰ ਕੈਨੇਡੀਅਨਸ ਨੂੰ ਵੱਡੇ ਬਿੱਲ ਭਰਨੇ ਹੋਣਗੇ। ਟੋਰਾਂਟੋ ਪੁਲਿਸ ਵੱਲੋਂ ਟੀਨੇਜਰਸ ਦੇ ਇੱਕ ਗਰੁੱਪ ਦੀ ਭਾਲ ਕੀਤੀ ਜਾ ਰਹੀ ਹੈ ਜਿਹੜਾ 2 ਹਮਲਿਆਂ ਲਈ ਜ਼ਿੰਮੇਵਾਰ ਹੈ। ਇਸ ਗਰੁੱਪ ਵੱਲੋਂ ਯਾਰਕ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਲੜਕੇ ਨੂੰ ਚਾਕੂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। 29 ਮਾਰਚ ਨੂੰ ਪੁਲਿਸ ਅਧਿਕਾਰੀਆਂ ਨੇ ਯਾਰਕ ਤੇ ਕੀਲ ਸਟਰੀਟ ਇਲਾਕੇ 'ਚ ਸ਼ਾਮੀ 6 ਵਜੇ ਸ਼ੁਰੇਬਾਜ਼ੀ ਦੀ ਖਬਰਾਂ ਦੇ ਕੇ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇੱਕ ਵਿਅਕਤੀ ਕਥਿਤ ਤੌਰ ਉੱਤੇ ਯਾਰਕ ਯੂਨੀਵਰਸਿਟੀ ਕੈਂਪਸ ਵਿੱਚ ਤੁਰਿਆ ਜਾ ਰਿਹਾ ਸੀ ਜਦੋਂ 3 ਅਣਪਛਾਤੇ ਵਿਅਕਤੀਆਂ ਨੇ ਉਸ ਕੋਲ ਪਹੁੰਚ ਕੇ ਉਸ ਦੀ ਜੈਕਟ ਮੰਗੀ ਤੇ ਉਸਨੇ ਉਹ ਜੈਕਟ ਉਹਨਾਂ ਨੂੰ ਦੇ ਦਿੱਤੀ। ਇਸ ਮਗਰੋਂ ਤਿੰਨਾਂ ਨੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਫਿਰ ਇਸੇ ਗਰੁੱਪ ਨੇ ਇੱਕ ਹੋਰ ਵਿਅਕਤੀ ਉੱਤੇ ਹਮਲਾ ਬੋਲ ਦਿੱਤਾ। ਜਦੋਂ ਇਸ ਗਰੁੱਪ ਦੇ ਸ਼ਿਕਾਰ ਪਹਿਲੇ ਵਿਅਕਤੀ ਨੇ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪਹਿਲੇ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਤੇ ਆਪ ਉੱਥੋਂ ਪੈਦਲ ਹੀ ਫਰਾਰ ਹੋ ਗਏ। ਜ਼ਖਮੀ ਹਸਪਤਾਲ ਉਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਬਰਲਿੰਗਟਨ ਸਕਾਈਵੇ ਉੱਤੇ ਟੋਰਾਂਟੋ ਜਾਣ ਵਾਲੀਆਂ ਲੇਨਸ ਵਿੱਚ ਇੱਕ ਟਰਾਂਸਪੋਰਟ ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਮੱਦੇਨਜ਼ਰ ਟੋਰਾਂਟੋ ਵਾਲੀਆਂ QW ਦੀਆਂ ਸਾਰੀਆਂ ਲੇਨਸ ਬੰਦ ਕਰ ਦਿੱਤੀਆਂ ਗਈਆਂ ਨੇ। ਬਾਅਦ ਵਿੱਚ ontario ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ 28 ਸਾਲਾਂ ਦਾ ਇਹ ਰਾਹਗੀਰ ਜੋ ਕਿ ਤਣਾਅ ਵਿੱਚ ਰਸਤੇ ਉੱਤੇ ਤੁਰਿਆ ਜਾ ਰਿਹਾ ਸੀ ਨੂੰ ਟਰੱਕ ਵੱਲੋਂ ਟੱਕਰ ਮਾਰ ਦਿੱਤੀ ਗਈ। ਹਾਈਵੇ ਸੇਫਟੀ ਡਿਵੀਜ਼ਨ ਨੇ ਦੱਸਿਆ ਕਿ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। OPP ਸਾਰਜੈਂਟ ਕੈਰੀ ਨੇ ਦੱਸਿਆ ਕਿ QEW ਦੀਆਂ ਟੋਰਾਂਟੋ ਵਾਲੀਆਂ ਲੇਨਸ ਬੁੱਧਵਾਰ ਸਵੇਰੇ 1 ਵਜੇ ਤੱਕ ਬੰਦ ਰੱਖੀਆਂ ਜਾਣਗੀਆਂ। ਟੋਰਾਂਟੋ ਵਿੱਚ ਜਿਹੜੇ ਡਰਾਈਵਰ ਰੈੱਡ ਲਾਈਟ ਉੱਤੇ ਇੰਟਰਸੈਕਸ਼ਨ ਦੇ ਐਨ ਵਿਚਕਾਰ ਫਸ ਜਾਂਦੇ ਨੇ ਉਹਨਾਂ ਉੱਤੇ ਸਖਤ ਜੁਰਮਾਨੇ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਬਲੌਕਿੰਗ ਦਾ ਬਾਕਸ ਆਖਿਆ ਜਾਂਦਾ ਹੈ ਤੇ ਸਿਟੀ ਅਜਿਹੇ ਡਰਾਈਵਰਸ ਦੇ ਉੱਤੇ ਨਿਕੇਲ ਕੱਸਣ ਦੀ ਤਿਆਰੀ ਕਰ ਰਹੀ ਹੈ। ਸਿਟੀ ਵੱਲੋਂ ਪ੍ਰੋਵਿੰਸ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਕੋਈ ਵੀ ਡਰਾਈਵਰ ਇੰਟਰਸੈਕਸ਼ਨ ਦੇ ਵਿਚਕਾਰ ਫਸ ਜਾਂਦਾ ਹੈ ਤਾਂ ਉਸ ਉੱਤੇ ਵੱਡਾ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਹੈ। ਸਿਟੀ ਕਾਉਂਸਲ ਵੱਲੋਂ ਇਸ ਸੰਬੰਧ ਵਿੱਚ ਡਿਪਟੀ ਮੇਅਰ ਜੈਨੀਫਰ ਵੱਲੋਂ ਲਿਆਂਦਾ ਗਿਆ ਮਤਾ ਮਨਜ਼ੂਰ ਕਰ ਲਿਆ ਗਿਆ ਹੈ ਤੇ ਇਸ ਦੇ ਨਾਲ ਹੀ ਸਿਟੀ ਨੇ ਇਸ ਸੰਬੰਧ ਵਿੱਚ ਫੋਰਡ ਸਰਕਾਰ ਨੂੰ ਸਖਤ ਜੁਰਮਾਨੇ ਲਗਾਉਣ ਦੀ ਅਪੀਲ ਵੀ ਕੀਤੀ ਹੈ। ਮੈਕਲੇਵੀ ਨੇ ਇਸ ਦੌਰਾਨ ਆਖਿਆ ਕਿ ਗਲਤ ਡਰਾਈਵਿੰਗ ਵਿਵਹਾਰ ਕਾਰਨ ਹੋਰਨਾਂ ਲੋਕਾਂ ਦਾ ਸਮਾਂ ਤੋਂ ਪੈਸਾ ਬਰਬਾਦ ਹੈ ਤੇ ਇਹੋ ਜਿਹੀ ਥਾਂ ਉੱਤੇ
ਜਾਮ ਵੱਖਰਾ ਲੱਗ ਜਾਂਦਾ ਹੈ। ਇਸ ਸਮੇਂ ਬਲੌਕਿੰਗ ਦਾ ਬਾਕਸ ਲਈ $85 जुर्माना है, पर सिटी चाहती है कि जुर्माना $450 तक हो जाए। जे कोई कम्यूनिटी सेफ जोन विच ब्लॉकिंग दा बॉक्स विच फस जाता है तो सिटी लई इस लई हुण लाए जाण वाले $125 के जुर्माने की थां $500 जुर्माना करना चाहती है। सिटी वालों ट्रांसपोर्टेशन सर्विसेज के जनरल मैनेजर नूं जुर्मानिਆਂ की थां होर हल लभण लई भी आख्या गया है। सोमवार तो शुरू करके टीटीसी के किराया ਦੇ ਵਿੱਚ ਵਾਧਾ ਹੋਇਆ। इस साल के शुरू ਵਿੱਚ सिटी काउंसिल ਵੱਲੋਂ पास किए गए ट्रांजिट सिस्टम के $2.4 बिलियन के बजट तहत कैश भाड़े ते एक राइड वालियां प्रैस्टो टिकट्स ਵਿੱਚ 10 सेंट्स का वाधा होएगा तो वह $3.35 ਹੋਣਗੀਆਂ। इस भाड़े ਵਿੱਚ वाधे ਦੇ ਨਾਲ फेयर पास ट्रांजिट डिस्काउंट प्रोग्राम्स ਦੇ ਲਈ योगता के भाड़े ਵਿੱਚ वाधे 50,000 लोगों तक पसार होएगा, जबकि मंथली पास की वरतों करन वालियां ते सीनियर्स के लिए भाड़े ਵਿੱਚ 2023 कोई वाधा नहीं होएगा। फोर्ब्स ਵੱਲੋਂ सब तो अमीर व्यक्तियों की जारी की गई सूची ਵਿੱਚ रिलायंस इंडस्ट्रीज के चेयरमैन मुकेश अंबानी मुड़ तो एशिया के सब तो अमीर व्यक्ति बन गए ने। इस तो पहला इस सूची दे विच सिखरले स्थान ते गौतम अडानी स्थान जो फोर्ब्स की बिलीनियर 2023 सूची विच 24वें स्थान ते खिसक गए। इस तो पहला अडानी 24 जनवरी नूं दुनिया के तीजे सब तो अमीर व्यक्ति सी जदों उन्हां दी कुल जायदाद लगभग $126 बिलियन सी, पर अमरीकी कंपनी वालों जारी की रिपोर्ट तो बाद अडानी के शेयरों की कीमत लगातार डिगती रही। फोर्ब्स वालों दी जानकारी के अनुसार इस वेले अडानी की कुल जायदाद $47.2 बिलियन है। दूजे पासे अंबानी की कुल जायदाद $83.4 बिलियन है। इंग्लैंड के पहले चुने हुए दस्तारधारी सिख मैंबर पार्लीमेंट तनमनजीत सिंह ढेसी कैलीफोर्निया पहुंचे, जिथे उन्होंने ਵੱਖ-ਵੱਖ ਥਾਵਾਂ ਤੇ ਭਰਵਾਂ स्वागत किया गया ਅਤੇ ਸਮਾਗਮਾਂ ਦਾ आयोजन किया गया। इस दौरे दौरान वो गुरुद्वारा साहिब फ्रीमांट पहुंचे, जिथे उन्होंने गुरुद्वारा साहिब कमेटी वालों ਸਰੋਪਾਓ ਦੇ ਕੇ ਸਨਮਾਨਿਤ किया गया। इस दौरान बोलदियां मैंबर पार्लीमेंट तनमनजीत सिंह ढेसी ने कहा कि मैं सिख मसलिਆਂ बारे इंग्लैंड की पार्लीमेंट ਵਿੱਚ अक्सर आवाज़ उठाਉਂਦਾ ਰਹਿੰਦਾ ਹਾਂ, ਉਹ ਚਾਹੇ किसान मोर्चे संबंधी होवे, श्री गुरु रामदास जी एयरपोर्ट अमृतसर तो सीधियां फ्लाइट्स संबंधी होवे, मनुखी अधिकारां संबंधी होवे जां NRI संबंधी मसले होण। इस उपरांत उन्होंने गुरुद्वारा साहिब की कमेटी के नाल लंबी मीटिंग की ते सिख मसलिਆਂ बारे विचार वटांदरे किए। अमेरिकन सिख कॉक्स कमेटी के चेयरमैन डॉक्टर प्रितपाल सिंह के गृह विखे होए एक प्रभावशाली समागम के विच तनमनजीत सिंह ढेसी ने कहा कि साडी अगली नस्ल नूं विदेशों में मुख्य धारा च शामिल होना चाहिए है। उन्होंने कहा कि साडे बच्चे भावें पढ़ाई विच बहुत अगे ने, इस दे नाल नाल उन्हां नूं स्थानक राजनीति, खेडां, मीडिया ਅਤੇ ਹੋਰ ਖੇਤਰਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਕਿ ਸਿੱਖਾਂ ਦੀ ਪਛਾਣ ਵਿਦੇਸ਼ਾਂ ਵਿੱਚ ਵੀ ਬਣ ਸਕੇ। ਗਦਰੀ ਬਾਬਿਆਂ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਵੀ ਤਨਮਨਜੀਤ ਸਿੰਘ ਢੇਸੀ ਨੂੰ ਕਮੇਟੀ ਵੱਲੋਂ ਸਰਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਸਰਦਾਰ ਢੇਸੀ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਸਾਨੂੰ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਹਮੇਸ਼ਾ याद रखनियां चाहिए ने। उन्होंने कहा कि मैनू बड़ी खुशी है कि मैनू इस पवित्र अस्थान के दर्शन करने का मौका मिला। सरदार तनमनजीत सिंह ढेसी कैलीफोर्निया की राजधानी सैक्रामेंटो भी विशेष तौर पर गए। जिक्रयोग है कि इस सारे दौरे के दौरान उन्होंने नज़दीकी रिश्तेदार सरदार मक्खन सिंह चट्टू और एल्क ग्रोव सिटी के कमिश्नर गुरजतिंदर सिंह रंधावा भी विशेष तौर पर हाजिर सन। एक होर देश ने चीनी शॉर्ट वीडियो ऐप टिकटॉक ते पाबंदी लगाउण दी तैयारी कर लई है। आस्ट्रेलिया इस हफ्ते सरकारी फोनां ते टिकटॉक ते पाबंदी लगाउण दा ऐलान कर सकता है। इसका मतलब है कि आस्ट्रेलिया जल्दी ही चीनी ऐप्स ते पाबंदी लगाउण वाले देशों की सूची च शामिल हो जाएगा। देश के प्रधानमंत्री एंथनी अल्बानीज ने सरकारी डिवाइसिस से टिकटॉक ते पाबंदी लगाउण लई सहमति दी। आस्ट्रेलिया के गृह मामलों के विभागों वालों इस मामले की समीक्षा की गई। आस्ट्रेलियन मीडिया के मुताबिक इसके आधार पर PM अल्बानीज ने सरकारी फोन से टिकटॉक नूं बैन करने का फैसला किया है। जानकारी दे दस दईए कि सुरक्षा नूं देखते हुए कई देशों ने इस तो पहला भी टिकटॉक ते पाबंदी लगा दी। विक्टोरिया राज भी केंद्र सरकार के इस फैसले नाल अगे आया है।
ਹੈ। ਇਸ ਰਾਜ ਨੇ ਵੀ ਸ਼ਾਰਟ ਵੀਡੀਓ ਐਪ ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਵਿਕਟੋਰੀਆ ਵੀ ਫੈਡਰਲ ਸਰਕਾਰ ਦੇ ਫੈਸਲੇ ਦਾ ਪਾਲਣਾ ਕਰੇਗੀ। ਰਾਜ ਸਰਕਾਰ ਦੇ ਫੋਨਸ ਤੇ ਟਿਕਟੌਕ ਤੇ ਪਾਬੰਦੀ ਹੋਏਗੀ। ਮੈਲਬੌਰਨ ਆਸਟ੍ਰੇਲੀਆ ਦੀ ਰਾਜਧਾਨੀ ਹੈ। 2020 ਵਿੱਚ ਭਾਰਤ ਸਰਕਾਰ ਨੇ ਟਿਕਟੌਕ ਤੇ ਪਾਬੰਦੀ ਲਗਾ ਦਿੱਤੀ। ਇਸ ਫੈਸਲੇ ਦੇ ਨਾਲ ਚਾਈਨਾ ਨੂੰ ਵੱਡਾ ਝਟਕਾ ਲੱਗਾ। ਅਮਰੀਕਾ, ਬ੍ਰਿਟੇਨ, ਨਿਊਜ਼ੀਲੈਂਡ, ਕੈਨੇਡਾ, ਬੈਲਜੀਅਮ, ਯੂਰੋਪੀਅਨ ਕਮਿਸ਼ਨ ਨੇ ਵੀ ਸਰਕਾਰੀ ਡਿਵਾਈਸਿਸ ਤੇ ਟਿਕਟੌਕ ਤੇ ਪਾਬੰਦੀ ਲਗਾ ਦਿੱਤੀ ਹੈ। ਸੁਰੱਖਿਆ ਦੇ ਮੱਦੇਨਜ਼ਰ ਇਹਨਾਂ ਦੇਸ਼ਾਂ ਨੇ ਚੀਨੀ ਸ਼ਾਰਟ ਵੀਡੀਓ ਐਪ ਤੇ ਪਾਬੰਦੀ ਲਗਾਈ। ਫਿਨਲੈਂਡ ਮੰਗਲਵਾਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਸੁਰੱਖਿਆ ਗੱਠਜੋੜ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਵਿੱਚ ਸ਼ਾਮਲ ਹੋ ਗਿਆ, ਜਿਸ ਨੂੰ ਰੂਸ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਇਤਿਹਾਸਕ ਘਟਨਾ ਦੀ ਆਵਾਜ਼ ਰੂਸ ਦੇ ਯੂਕਰੇਨ ਤੇ ਹਮਲੇ ਦੇ ਸਮੇਂ ਤੋਂ ਹੀ ਸੁਣਾਈ ਦੇ ਰਹੀ ਸੀ। ਦਸਤਾਵੇਜ਼ਾਂ ਨੂੰ ਸੌਂਪਣ ਦੇ ਨਾਲ ਨਾਰਡਿਕ ਰਾਸ਼ਟਰ ਅਧਿਕਾਰਤ ਤੌਰ ਤੇ ਦੁਨੀਆ ਦੇ ਸਭ ਤੋਂ ਵੱਡੇ ਸੁਰੱਖਿਆ ਗੱਠਜੋੜ ਦਾ ਮੈਂਬਰ ਬਣ ਗਿਆ। ਫਿਨਲੈਂਡ ਦੀ ਮੈਂਬਰਸ਼ਿਪ ਯੂਰਪ ਦੇ ਸੁਰੱਖਿਆ ਲੈਂਡਸਕੇਪ ਵਿੱਚ ਇੱਕ ਵੱਡੀ ਤਬਦੀਲੀ ਨੂੰ ਦਰਸਾਉਂਦੀ ਹੈ। ਦੂਜੇ ਵਿਸ਼ਵ ਯੁੱਧ ਵਿੱਚ ਸੋਵੀਅਤ ਯੂਨੀਅਨ ਦੁਆਰਾ ਆਪਣੀ ਹਾਰ ਤੋਂ ਬਾਅਦ ਦੇਸ਼ ਤੇ ਨਿਰਪੱਖਤਾ ਅਪਣਾਈ, ਪਰ ਇਸ ਦੇ ਨੇਤਾਵਾਂ ਨੇ ਸੰਕੇਤ ਦਿੱਤਾ ਕਿ ਉਹ ਯੂਕਰੇਨ ਉੱਤੇ ਮਾਸਕੋ ਦੇ ਹਮਲਿਆਂ ਤੋਂ ਕੁਝ ਮਹੀਨਿਆਂ ਬਾਅਦ ਹੀ ਨਾਟੋ ਗੱਠਜੋੜ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ। ਇਹ ਕਦਮ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਲਈ ਰਣਨੀਤਿਕ ਅਤੇ ਸਿਆਸੀ ਝਟਕਾ ਹੈ। ਉਹ ਲੰਬੇ ਸਮੇਂ ਤੋਂ ਸ਼ਿਕਾਇਤ ਕਰਦੇ ਆਏ ਨੇ ਕਿ ਨਾਟੋ ਰੂਸ ਵੱਲੋਂ ਵੱਧ ਰਿਹਾ ਹੈ। ਇਸ ਦੇ ਨਾਲ ਹੀ ਗੱਠਜੋੜ ਦਾ ਕਹਿਣਾ ਹੈ ਕਿ ਇਸ ਤੋਂ ਮਾਸਕੋ ਨੂੰ ਕੋਈ ਖਤਰਾ ਨਹੀਂ ਹੈ। ਰੂਸ ਨੇ ਚੇਤਾਵਨੀ ਦਿੱਤੀ ਕਿ ਫਿਨਲੈਂਡ ਦੀ ਨਾਟੋ ਮੈਂਬਰਸ਼ਿਪ ਤੋਂ ਪੈਦਾ ਹੋਏ ਸੁਰੱਖਿਆ ਖਤਰਿਆਂ ਦੇ ਨਾਲ ਨਜਿੱਠਣ ਦੇ ਲਈ ਉਸ ਨੂੰ ਜਵਾਬੀ ਕਦਮ ਚੁੱਕਣ ਦੇ ਲਈ ਮਜਬੂਰ ਹੋਣਾ ਪਏਗਾ। ਮਾਸਕੋ ਨੇ ਇਹ ਵੀ ਕਿਹਾ ਕਿ ਜੇਕਰ ਨਾਟੋ ਆਪਣੇ 31ਵੇਂ ਮੈਂਬਰ ਰਾਸ਼ਟਰ ਦੇ ਖੇਤਰ ਤੇ ਵਾਧੂ ਸੈਨਿਕਾਂ ਜਾਂ ਉਪਕਰਨ ਤਾਇਨਾਤ ਕਰਦਾ ਹੈ ਤਾਂ ਉਹ ਫਿਨਲੈਂਡ ਦੀ ਸਰਹੱਦ ਦੇ ਨੇੜੇ ਆਪਣੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।